ਅੱਜ ਜਿਹੜਾ ਨਵਾਂ ਟੌਪਿਕ ਹੈ ਹਿਸਟਰੀ ਚੋਂ ਐਂਸ਼ੀਅੰਟ ਹਿਸਟਰੀ ਚੋਂ ਸੋਰਸਸ ਦਾ ਸੋਰਸ ਆਫ ਇਨਫੋਰਮੇਸ਼ਨ ਐਂਸ਼ੀਅੰਟ ਹਿਸਟਰੀ ਦਾ ਕੀ ਹੈ। ਹਿਸਟਰੀ ਜਦੋਂ ਲਿਖੀ ਜਾਂਦੀ ਹੈ ਇਹਨੂੰ ਡਿਵਾਈਡ ਕੀਤਾ ਜਾਂਦਾ ਹੈ ਤਿੰਨ ਹਿੱਸਿਆਂ 'ਚ ਐਂਸ਼ੀਅੰਟ, ਮੈਡੀਵਲ ਅਤੇ ਮਾਡਰਨ। ਅਲੱਗ-ਅਲੱਗ ਸੋਰਸਸ ਹੁੰਦੇ ਆ, ਅਲੱਗ-ਅਲੱਗ ਲਿਖਣ ਵਾਲੇ ਹੁੰਦੇ ਆ। ਅੱਜ ਅਸੀਂ ਸਿਰਫ ਐਂਸ਼ੀਅੰਟ 'ਤੇ ਜਿਹੜੀ ਆ ਉਹ ਗੱਲ ਕਰਾਂਗੇ। ਐਂਸ਼ੀਅੰਟ ਹਿਸਟਰੀ ਦੇ ਸੋਰਸ ਕੀ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜਿਹੜਾ ਐਂਸ਼ੀਅੰਟ ਦੇ ਵਿੱਚ ਜਿਹੜਾ ਪਾਰਟ ਆਉਂਦਾ ਏ ਉਹ ਬੰਦੇ ਦੀ ਉਤਪਤੀ ਤੋਂ ਲੈ ਕੇ ਲੱਖਾਂ ਸਾਲ ਤੋਂ ਪਹਿਲਾਂ, ਉਸ ਤੋਂ ਬਾਅਦ ਜਦੋਂ ਤੋਂ ਸਾਡੇ ਰਾਜਿਆਂ ਮਹਾਰਾਜਿਆਂ ਦਾ ਜਾਂ ਲਗਭਗ 1000 AD ਤੱਕ ਜਾ ਕੇ ਜਿਹੜਾ ਐਂਸ਼ੀਅੰਟ ਪੀਰੀਅਡ ਦੇ ਵਿੱਚ ਉਹ ਡਿਵਾਈਡ ਕੀਤਾ ਗਿਆ। ਅਤੇ ਇਸ ਨੂੰ ਲਿਖਣ ਵਾਸਤੇ ਜਿਹੜਾ ਹੈ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂ ਕਰਨਾ ਪੈਂਦਾ ਹੈ? ਕਿਉਂਕਿ ਮੈਡੀਵਲ ਜਾਂ ਮਾਡਰਨ ਟਾਈਮ ਤੋਂ ਪਹਿਲਾਂ ਹੀ ਜਾਂ ਉਸ ਟਾਈਮ ਤੱਕ ਜਿਹੜੀ ਲਿਖਤੀ ਚੀਜ਼ ਹੈ ਉਹ ਜ਼ਿਆਦਾ ਮਾਤਰਾ ਵਿੱਚ ਹੋ ਗਈ ਸੀ ਅਤੇ ਉਹਨੂੰ ਲਿਖਣਾ ਜਿਹੜਾ ਹੈ, ਛਾਂਟ ਕੇ ਲਿਖਣਾ ਜਿਹੜਾ ਹੈ ਹੋਰ ਗੱਲ ਹੈ। ਪਰ ਜਿਹੜਾ ਛੋਟੇ ਛੋਟੇ ਪੁਰਾਣੀਆਂ ਚੀਜ਼ਾਂ ਦੇ ਟੁਕੜੇ ਲੱਭ ਕੇ ਜਾਂ ਕੁਛ ਲੱਭ ਕੇ ਉਹਨੂੰ ਲਿਖਣਾ ਬਹੁਤ ਔਖਾ ਹੈ। ਅਤੇ ਐਂਸ਼ੀਅੰਟ ਹਿਸਟਰੀ ਜਿਹੜੀ ਹੈ ਇਹਨਾਂ ਚੀਜ਼ਾਂ ਨਾਲ ਹੀ ਭਰੀ ਹੋਈ ਹੈ। ਉਹਨੂੰ ਲੱਭ ਕੇ ਜਿਹੜਾ ਹੈ ਲਿਖਣਾ ਲੱਖਾਂ ਸਾਲ ਦੀਆਂ ਪਹਿਲਾਂ ਚੀਜ਼ਾਂ ਨੂੰ ਕਈ ਸਾਲਾਂ ਦੀ ਮਿਹਨਤ ਨਾਲ ਉਹਨੂੰ ਪੁੱਟ ਕੇ ਕੱਢ ਕੇ ਲਿਖਣਾ ਬੜੀ ਔਖੀ ਗੱਲ ਹੈ। ਤਾਂ ਅੱਜ ਅਸੀਂ ਇਹਦੇ 'ਤੇ ਹੀ ਗੱਲ ਕਰਾਂਗੇ ਕਿ ਅਸੀਂ ਪ੍ਰਾਚੀਨ ਭਾਰਤ ਨੂੰ ਲਿਖਣ ਵਾਸਤੇ ਕਿਹੜੇ ਸੋਰਸ ਜਿਹੜੇ ਆ ਉਹ ਵਰਤਦੇ ਹਾਂ। ਤਾਂ ਐਂਸ਼ੀਅੰਟ ਇੰਡੀਆ ਨੂੰ ਜਿਹੜਾ ਹੈ ਡਿਵਾਈਡ ਕੀਤਾ ਜਾਂਦਾ ਹੈ ਪ੍ਰੀ ਹਿਸਟਰੀ ਐਂਡ ਹਿਸਟਰੀ ਦੇ ਵਿੱਚ। ਪ੍ਰੀ ਹਿਸਟਰੀ ਜਿਹੜਾ ਹੈ ਉਹ ਟਾਈਮ ਸੀ ਜਦੋਂ ਕੁਝ ਲੱਖ ਸਾਲ ਪਹਿਲਾਂ ਬੰਦੇ ਦੀ ਉਤਪਤੀ ਹੋਈ ਹੈ। ਉਹ ਧਰਤੀ 'ਤੇ ਜਿਹੜਾ ਹੈ ਚੱਲਣ ਫਿਰਨ ਦੇ ਕਾਬਲ ਹੋਇਆ ਹੈ, ਜੀਵਨ ਹੋਂਦ 'ਚ ਆਇਆ, ਮਨੁੱਖ ਦੀ ਉਤਪਤੀ ਹੋਈ ਹੈ। ਇਸ ਟਾਈਮ 'ਤੇ ਇੱਕ ਜਿਹੜੀ ਗੱਲ ਸੀਗੀ ਉਹ ਅੱਜ ਤੋਂ ਡਿਫਰੈਂਟ ਸੀ ਕਿ ਉਸ ਟਾਈਮ 'ਤੇ ਜਿਹੜਾ ਹੈ ਰਾਈਟਿੰਗ ਨਹੀਂ, ਰਿਟਨ ਰਿਕਾਰਡ ਨਹੀਂ ਹੈ, ਕਿਉਂਕਿ ਉਸ ਟਾਈਮ 'ਤੇ ਬੰਦੇ ਦਾ ਦਿਮਾਗ ਇੰਨਾ ਡਿਵੈਲਪ ਨਹੀਂ ਹੋਇਆ। ਉਹ ਜਿਹੜਾ ਹੈ ਸਿਰਫ ਸੀਮਿਤ ਹੈਗਾ ਸੀ ਆਪਣਾ ਖਾਣਾ ਲੱਭਣ ਤੱਕ ਅਤੇ ਆਪਣਾ ਸਿਰ ਛੁਪਾਉਣ ਤੱਕ, ਬਸ ਹੋਰ ਉਹਨੂੰ ਕੋਈ ਵੀ ਕੰਮ ਨਹੀਂ ਸੀ ਇਸ ਤੋਂ ਇਲਾਵਾ, ਕਿਉਂਕਿ ਉਸ ਟਾਈਮ 'ਤੇ ਉਹ ਇੰਨਾ ਡਿਵੈਲਪ ਨਹੀਂ ਹੋਇਆ। ਦੂਜੀ ਚੀਜ਼ ਜਿਹੜੀ ਅਸੀਂ ਹਿਸਟਰੀ ਨੂੰ ਲਿਖਣ ਵਾਸਤੇ ਉਹ ਪ੍ਰੀ ਹਿਸਟਰੀ ਤੋਂ ਬਾਅਦ ਆ ਜਾਂਦਾ ਹੈ ਹਿਸਟਰੀ। ਇਹਦੇ ਵਿੱਚ ਕਾਮਨ ਜਿਹੜੀ ਚੀਜ਼ ਹੈ ਮੇਨ ਹੈ ਕਿ ਇਹਦੇ ਵਿੱਚ ਰਿਟਨ ਰਿਕਾਰਡ ਮਿਲਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਜਿਹੜੀ ਰਾਈਟਿੰਗ ਸਾਨੂੰ ਐਂਸ਼ੀਅੰਟ ਹਿਸਟਰੀ 'ਚ ਮਿਲਦੀ ਹੈ ਉਹ ਇੰਡਸ ਵੈਲੀ ਦੀਆਂ ਸੀਲਸ ਤੋਂ ਮਿਲਦੀ ਹੈ ਸਟਾਰਟਿੰਗ 'ਚ। ਪਰ ਇਹਨੂੰ ਅਜੇ ਤੱਕ ਜਿਹੜਾ ਹੈ ਪੜ੍ਹਿਆ ਨਹੀਂ ਜਾ ਸਕਿਆ, ਜਿਹੜੀ ਲਗਭਗ 5000 ਸਾਲ ਪੁਰਾਣੀ ਮੰਨੀ ਜਾਂਦੀ ਹੈ, ਪਰ ਅਜੇ ਤੱਕ ਇਹ ਪੜ੍ਹੀ ਨਹੀਂ ਗਈ। ਕਾਰਨ ਕੀ ਹੈ ਕਿ ਚਿੰਨ੍ਹਾਂ ਧਮਕ ਹੈ, ਇੱਕ ਪਿਕਟੋਗ੍ਰਾਫਿਕ ਜਿਹੜੀ ਸਕ੍ਰਿਪਟ ਹੈ, ਇਹਨੂੰ ਪੜ੍ਹਿਆ ਨਹੀਂ ਜਾ ਸਕਿਆ। ਕਾਫੀ ਕੋਸ਼ਿਸ਼ ਕੀਤੀ ਗਈ ਹੈ ਵਿਦਵਾਨਾਂ ਦੁਆਰਾ, ਪਰ ਇਹਨੂੰ ਅਜੇ ਤੱਕ ਪੜ੍ਹਿਆ ਨਹੀਂ ਗਿਆ। ਜਿਹੜੀ ਅਜੇ ਤੱਕ ਦੀ ਸਭ ਤੋਂ ਪੁਰਾਣੀ ਲੈਂਗੁਏਜ ਪੜ੍ਹੀ ਗਈ ਹੈ ਉਹ ਹੈਗੀ ਹੈ ਅਸ਼ੋਕ ਨੇ ਜਿਹੜੇ ਸ਼ਿਲਾ ਲੇਖ ਲਗਵਾਏ ਸੀ, ਉਹਨੇ ਜਿਹੜੀ ਸਕ੍ਰਿਪਟ ਯੂਜ਼ ਕੀਤੀ ਲੈਂਗੁਏਜ ਉਹਨੂੰ ਪੜ੍ਹਿਆ ਗਿਆ ਸੀ। ਉਹ ਵੀ ਅੰਗਰੇਜ਼ਾਂ ਦੁਆਰਾ ਸਭ ਤੋਂ ਪਹਿਲਾਂ 1837 ਦੇ ਵਿੱਚ ਪੜ੍ਹੀ ਗਈ। ਲਗਭਗ 2400 ਸਾਲ ਪੁਰਾਣੀ, 2000 ਤੋਂ 2200-2300 ਸਾਲ ਪੁਰਾਣੀ ਜਿਹੜੀ ਲੈਂਗੁਏਜ ਆ ਉਹ ਪੜ੍ਹੀ ਗਈ ਹੈ। ਇਸ ਤੋਂ ਪੁਰਾਣੀ ਲੈਂਗੁਏਜ ਨਹੀਂ ਪੜ੍ਹੀ। ਹੁਣ ਪ੍ਰੀ ਹਿਸਟਰੀ 'ਚ ਇੱਕ ਸਵਾਲ ਆਊਗਾ ਕਿ ਜੇਕਰ ਰਿਟਨ ਰਿਕਾਰਡ ਹੀ ਨਹੀਂ ਹੈਗਾ ਤਾਂ ਹਿਸਟਰੀ ਲਿਖ ਹੀ ਕਿਵੇਂ ਸਕਦੇ ਹੋ? ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹਿਸਟਰੀ ਲਿਖਣ ਦੀ ਬੜੀ ਜਿਹੜੀ ਆ ਸੂਝ-ਬੂਝ ਦਾ ਬੜਾ ਔਖਾ ਕੰਮ ਹੁੰਦਾ ਹੈ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਉਹਨੂੰ ਲਿਖਿਆ ਜਾਂਦਾ ਹੈ, ਉਹਨੂੰ ਛਾਂਟਿਆ ਜਾਂਦਾ ਹੈ, ਉੱਤੇ ਰਿਸਰਚ ਹੁੰਦੀ ਹੈ, ਸਾਰਾ ਕੁਝ ਕਰਕੇ ਉਹਨੂੰ ਇੱਕ ਕਿਤਾਬ ਦੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਂਦਾ ਹੈ। ਪਰ ਉਹਦੇ ਪਿੱਛੇ ਕਿੰਨੀ ਮਿਹਨਤ ਲੱਗੀ ਹੁੰਦੀ ਆ, ਕਿੰਨੇ ਟਾਈਮ ਲੱਗਾ ਹੁੰਦਾ ਹੈ, ਉਹਨੂੰ ਲੱਭਣ ਵਾਲੇ ਨਹੀਂ ਪਤਾ। ਤਾਂ ਇਹਦੇ ਵਿੱਚ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਓਲਡ ਟੂਲਸ ਜਾਂ ਵੈਪਨਸ ਆਉਂਦੇ ਨੇ ਇਹਨੂੰ ਲਿਖਣ ਵਾਸਤੇ। ਪੋਟ ਉਸ ਟਾਈਮ 'ਤੇ ਬਣੇ, ਚਾਹੇ ਪੂਰੇ ਨਹੀਂ ਹੈ ਪਰ ਉਹਦੇ ਕੁਝ ਪਾਰਟ ਮਿਲਦੇ ਆ, ਟੁੱਟਿਆ ਹੋਇਆ ਜਾਂ ਕੁਛ ਵੀ ਦੇਖਿਆ ਜਾਂਦਾ ਹੈ ਕਿ ਕਿਸ ਟਾਈਮ 'ਤੇ ਬਣਿਆ ਹੋਇਆ, ਉਹਦੀ ਡੇਟ ਕੱਢੀ ਜਾਂਦੀ ਹੈ, ਉਹ ਕਦੋਂ ਦਾ ਬਣਿਆ ਹੋਇਆ। ਦੇਖਿਆ ਜਾਂਦਾ ਹੈ ਕਿ ਕੁਦਰਤੀ ਬਣਨ ਵਿੱਚ ਅਤੇ ਬੰਦੇ ਦੇ ਹੱਥ ਲੱਗੀ ਹੋਈ ਚੀਜ਼ 'ਚ ਫਰਕ ਹੁੰਦਾ ਹੈ। ਤਾਂ ਫਰਕ ਕੀਤਾ ਜਾਂਦਾ ਹੈ ਕਿ ਇਸ ਟਾਈਮ 'ਤੇ ਉਹ ਕਿੰਨਾ ਕੁ ਡਿਵੈਲਪ ਹੋ ਗਿਆ ਸੀ, ਕਿਉਂਕਿ ਸਟਾਰਟਿੰਗ ਦੇ ਜਿਹੜੇ ਟੂਲ ਸੀਗੇ ਉਹ ਥੋੜ੍ਹੇ ਭਾਰੇ ਸੀ ਅਤੇ ਜ਼ਿਆਦਾ ਵਧੀਆ ਨਹੀਂ ਸੀ। ਕੁਝ ਸਾਲਾਂ ਟਾਈਮ ਜਿਹੜਾ ਇਹ ਸਮਾਂ ਬੀਤਿਆ ਤਾਂ ਉਹ ਹਥਿਆਰ ਜਿਹੜੇ ਨੇ ਉਹ ਥੋੜ੍ਹੇ ਸੁਧਰ ਗਿਆ, ਤਾਂ ਪਤਾ ਲੱਗਿਆ ਕਿ ਬੰਦੇ ਨੇ ਡਿਵੈਲਪਮੈਂਟ ਕੀਤੀ ਹੈ। ਸ਼ੁਰੂ 'ਚੋਂ ਖਾਣਾ ਕੱਚਾ ਖਾਂਦਾ ਸੀ, ਬਾਅਦ ਵਿੱਚ ਜਾ ਕੇ ਜਿਹੜੀਆਂ ਹੱਡੀਆਂ ਨੇ
ਉਹ ਸੜੀਆਂ ਹੋਈਆਂ ਮਿਲੀਆਂ। ਪਤਾ ਲੱਗਿਆ ਕਿ ਹੁਣ ਖਾਣਾ ਜਿਹੜਾ ਪਕਾ ਕੇ ਖਾਣ ਲੱਗਿਆ। ਸ਼ੁਰੂ 'ਚੋਂ ਘੁੰਮਦਾ ਫਿਰਦਾ ਇੱਕ ਜੰਗਲ ਤੋਂ ਦੂਜੇ ਜੰਗਲ, ਅੱਗੇ ਜਾ ਕੇ ਜਦੋਂ ਪੁੱਟਿਆ ਗਿਆ ਤਾਂ ਪਤਾ ਲੱਗਿਆ ਕਿ ਇੱਥੇ ਉਹਨਾਂ ਦਾ ਤੰਬੂ ਲੱਗਿਆ ਸੀ, ਕੁਝ ਲੱਗਿਆ ਸੀ ਜ਼ਮੀਨ ਦੇ ਨੀਚੇ, ਉੱਥੇ ਚੁੱਲ੍ਹਾ ਲੱਗਿਆ ਹੋਇਆ ਸੀ ਪੱਕਾ, ਕਾਫੀ ਤਹਿਆਂ ਬਣੀਆਂ ਹੋਈਆਂ ਸਵਾਦੀਆਂ। ਪਤਾ ਲੱਗਿਆ ਕਿ ਬੰਦੇ ਨੇ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਕਿ ਘਰ ਬਣੇ ਤੇ ਘਰਾਂ ਤੋਂ ਪਿੰਡ ਹੋਣ ਚਾਹੀਏ। ਇਹਨਾਂ ਚੀਜ਼ਾਂ ਤੋਂ ਜਿਹੜੀ ਆ ਪ੍ਰੀ ਹਿਸਟਰੀ ਜਿਹੜੀ ਆ ਲਿਖੀ ਜਾਂਦੀ। ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹਨਾਂ ਤੇ ਕੁਝ ਨਹੀਂ ਲਿਖਿਆ ਹੁੰਦਾ, ਬਸ ਇਹਨਾਂ ਨੂੰ ਸਮਝਣਾ ਪੈਂਦਾ ਏ। ਉਹ ਖੁਦ ਦੱਸਦੀਆਂ ਨੇ ਕਿ ਅਸੀਂ ਕੀ ਹੈ ਲਿਖਣ ਦਾ, ਕਿੰਨੇ ਬਣਾਇਆ ਕੀ ਕੀਤਾ। ਹਾਲਾਂਕਿ ਉਹਦੇ ਵਿੱਚ ਇਹ ਨਹੀਂ ਦੱਸਿਆ ਜਾਂਦਾ ਕਿੰਨੇ ਬਣਾਇਆ, ਪਰ ਬਣਾਇਆ ਬੰਦੇ ਨਹੀਂ ਆ, ਇਹ ਦੱਸ ਦਿੱਤਾ ਜਾਂਦਾ। ਦੂਜੀ ਚੀਜ਼ ਹੈਗੀ ਹੈ ਹਿਸਟਰੀ। ਹਿਸਟਰੀ ਦੇ ਵਿੱਚ ਜਿਹੜੀ ਹੈ ਰਾਈਟਿੰਗ ਆ ਜਾਂਦੀ ਹੈ। ਹਾਲਾਂਕਿ ਇਹਨੂੰ ਵੀ ਲਿਖਣਾ ਜਿਹੜਾ ਹੈ ਔਖਾ ਹੈ, ਪਰ ਉਹਦੇ ਮੁਕਾਬਲੇ ਥੋੜਾ ਸੌਖਾ ਹੋ ਜਾਂਦਾ ਕਿਉਂਕਿ ਰਾਈਟਿੰਗ ਆ ਜਾਂਦੀ ਹੈ, ਚਾਹੇ ਨਹੀਂ ਪੜ੍ਹੀ ਗਈ। ਇਹ ਲੈਂਗੁਏਜ ਕੁਛ ਇਸ ਤਰ੍ਹਾਂ ਕੁਛ ਇੱਦਾਂ ਜੀ, ਪਤਾ ਨਹੀਂ ਕਿਹੜੀ ਚੀਜ਼ ਦੇ ਚਿੰਨ੍ਹ ਦਿਖਾਏ ਗਏ ਕੀ ਹੈ, ਚਾਹੇ ਉਹਨੂੰ ਨਹੀਂ ਪੜ੍ਹਿਆ ਗਿਆ ਪਰ ਇੰਨਾ ਪਤਾ ਲੱਗਿਆ ਕਿ ਇਹਨਾਂ ਨੂੰ ਲਿਖਣਾ ਆਉਂਦਾ ਸੀ, ਇਹਨਾਂ ਦੇ ਮੁਕਾਬਲੇ ਇਹਨਾਂ ਨੂੰ ਲਿਖਣਾ ਨਹੀਂ ਆਉਂਦਾ, ਇਹਨਾਂ ਨੂੰ ਆਉਂਦਾ, ਇਹ ਪਤਾ ਲੱਗ। ਹੁਣ ਅਸੀਂ ਜੇ ਅੱਜ ਇਹ ਹਿਸਟਰੀ ਹੁਣ ਲਿਖਣੀ, ਰਿਸਰਚ ਹੋ ਚੁੱਕੀ ਹੈ, ਸਾਰਾ ਕੁਝ ਲੱਭਿਆ ਗਿਆ ਹੈ। ਹੁਣ ਲਿਖਣਾ ਹੈ ਤਾਂ ਉਹਦੇ ਵਾਸਤੇ ਕਿਹੜੇ ਸੋਰਸ ਯੂਜ਼ ਕੀਤੇ ਜਾਂਦੇ ਆ? ਪਹਿਲਾਂ ਤੇ ਹੁੰਦੇ ਆ ਅਨਰਿਟਨ, ਜਿਨ੍ਹਾਂ ਦੀ ਮੈਂ ਗੱਲ ਕਰ ਚੁੱਕੀ ਹਾਂ। ਅਨਰਿਟਨ ਮਤਲਬ ਇਹ ਲਿਖਤੀ ਨਹੀਂ ਹੈ, ਇਹਨਾਂ ਤੇ ਕੁਝ ਨਹੀਂ ਲਿਖਿਆ ਹੋਇਆ, ਸਿਰਫ ਇਹਨਾਂ ਦੀ ਡੇਟ ਕੱਢੀ ਜਾਂਦੀ ਹੈ, ਕਿੰਨੇ ਪੁਰਾਣੇ ਆ, ਇਹ ਕਿਹੜੇ ਆ, ਪਹਿਲੋਂ ਟੂਲ ਐਵੇਂ ਦਾ ਹੈ ਫਿਰ ਐਵੇਂ ਦਾ ਹੋ ਗਿਆ। ਇੱਥੋਂ ਪਤਾ ਲੱਗਿਆ ਕਿ ਉਹਨੇ ਜਿਹੜਾ ਹੈ ਪਾਣੀ ਦੇ ਵਿੱਚ ਵੀ ਆਵਾਜਾਈ ਸ਼ੁਰੂ ਕਰ ਦਿੱਤੀ, ਬੋਟ, ਠੀਕ ਹੈ। ਇੱਥੋਂ ਪਤਾ ਲੱਗਿਆ ਕਿ ਉਹ ਮਿਲ ਕੇ ਸ਼ਿਕਾਰ ਕਰਦੇ। ਇਹ ਟੂਲ ਸੁਧਰ ਕੇ ਆਇਆ ਅੱਗੇ ਜਾ ਕੇ ਕਿ ਹੁਣ ਉਹ ਕਾਫੀ ਡਿਵੈਲਪ ਹੋ ਚੁੱਕਾ ਹੈ, ਉਹਨੇ ਆਪਣਾ ਹਥਿਆਰ ਜਿਹੜਾ ਹੈ ਉਹ ਤਰਾਸ਼ ਕੇ ਕਾਫੀ ਤਿੱਖਾ ਕਰ ਲਿਆ ਤੇ ਸ਼ਿਕਾਰ ਕਰਨ 'ਚ ਆਸਾਨੀ ਹੋ ਗਈ ਹੈ। ਇਹਨਾਂ ਚੀਜ਼ਾਂ ਨੇ ਦੱਸਿਆ ਕਿਉਂਕਿ ਚੇਂਜ ਹੋਇਆ, ਹੌਲੀ ਹੌਲੀ ਚੇਂਜ ਹੋਇਆ, ਉਹ 'ਚ ਸੁਧਾਰ ਹੋਇਆ ਹੈ। ਦੂਜੀ ਚੀਜ਼ ਜਿਹੜੀ ਆ ਰਿਟਨ ਰਿਕਾਰਡ, ਰਿਟਨ ਲਿਖਤੀ। ਇੱਥੇ ਹੁਣ ਲਿਖਤੀ ਹੈ, ਲਿਖੇ ਹੋਏ ਮਿਲੇ ਆ, ਪਰ ਉਹ ਸਾਨੂੰ ਅਸੀਂ ਜਿਹੜਾ ਇਹ ਬਿਲਕੁਲ ਉਹਨੂੰ ਕਾਪੀ ਨਹੀਂ ਕਰ ਦੇਣਾ ਹੁੰਦਾ, ਉਹਦੇ ਵਿੱਚ ਵੀ ਕਈ ਕਮੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੱਢ ਕੇ ਉਹਦੇ ਚੋਂ ਸਹੀ ਚੀਜ਼ਾਂ ਕੱਢ ਕੇ ਉਹਨੂੰ ਅਲੱਗ ਇਤਿਹਾਸ ਜਿਹੜਾ ਹੈ ਇੱਕ ਲਿਖਣਾ ਹੁੰਦਾ ਹੈ ਜੋ ਉਹਦੇ 'ਚ ਸਹੀ ਹੈ। ਸਾਰਾ ਕੁਝ ਉਹਦੇ 'ਚ ਸਹੀ ਨਹੀਂ ਹੁੰਦਾ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਲਿਟਰੇਰੀ ਸੋਰਸ ਆਉਂਦੇ ਆ, ਜਿਹੜਾ ਸਾਹਿਤਕ ਸੋਰਸ ਆ ਜਾਂਦੇ ਆ, ਜਿਹਦੇ ਵਿੱਚ ਮੇਨਲੀ ਬੁੱਕਸ ਆਉਂਦੀਆਂ ਨੇ, ਪੁਰਾਤਨ ਬੁੱਕਸ। ਅੱਜ ਤੋਂ ਕੋਈ 2200 ਸਾਲ ਪਹਿਲਾਂ ਜਿਹੜੀਆਂ ਲਿਖਣੀਆਂ ਸ਼ੁਰੂ ਹੋਈਆਂ, ਜਿਹਦੇ ਵਿੱਚ ਸਭ ਤੋਂ ਪੁਰਾਣੀ ਜਿਹੜੀ ਮੰਨੀ ਜਾਂਦੀ ਰਿਗਵੇਦ, ਅੱਜ ਤੋਂ ਕੋਈ 2500-3000 ਸਾਲ ਪਹਿਲਾਂ ਦਾ। ਇਸ ਤੋਂ ਪਹਿਲਾਂ ਬਾਅਦ ਵਿੱਚ ਜਾ ਕੇ ਜਦੋਂ 1500 BC ਤੋਂ ਸਟਾਰਟ ਹੋਇਆ ਮੰਨਿਆ ਜਾਂਦਾ ਉਹਦਾ ਲਿਖਣਾ, ਉਸ ਤੋਂ ਬਾਅਦ ਜਿਹੜੇ 3 ਵੇਦ ਹੋਰ ਲਿਖੇ ਗਏ, ਨਾਲ ਨਾਲ ਉਪਨਿਸ਼ਦ, ਦੂਜੇ ਅਰਿਅੰਕਾਸ, ਜਾਂ ਫਿਰ ਅੱਗੇ ਜਾ ਕੇ ਮਹਾਭਾਰਤ ਤੇ ਰਾਮਾਇਣ ਜਿਹੜਾ ਹੈ ਲਿਖੇ ਗਏ। ਉਸ ਤੋਂ ਬਾਅਦ ਆਉਂਦੇ ਆਉਂਦੇ ਜਦੋਂ AD ਦੇ ਵਿੱਚ ਆ ਜਾਂਦੇ ਆ, BC ਤੋਂ AD ਦੇ ਵਿੱਚ, ਤਾਂ ਉਸ ਟਾਈਮ ਤੇ ਗੁਪਤਾ ਪੀਰੀਅਡ, ਉਸ ਟਾਈਮ ਤੇ ਕਾਫੀ ਸਾਰੀਆਂ ਬੁੱਕਸ ਜਿਹੜੀਆਂ ਸੀ ਉਹ ਲਿਖੀਆਂ ਗਈਆਂ। ਰਾਈਟਰ ਹੈਗੇ ਸੀ ਬਾਸ ਹੈ, ਕਾਲੀਦਾਸ ਹੈ, ਚਨਕਿਆ ਹੈ, ਸ਼ੂਦਰਕ ਹੈ, ਕਾਫੀ ਸਾਰੇ ਉਹਨਾਂ ਦੇ ਨਾਮ ਨੇ, ਉਹ ਕਾਫੀ ਸਾਰੇ ਨੇ, ਉਹਨਾਂ ਦੇ ਦੁਆਰਾ ਇਹ ਬੁੱਕਸ ਲਿਖੀਆਂ ਗਈਆਂ। ਇਹਨਾਂ ਨੂੰ ਪੜ੍ਹਿਆ ਜਾਂਦਾ ਹੈ ਤੇ ਉਹ ਸੇਮ ਨਹੀਂ ਲਿਖਿਆ ਜਾਂਦਾ, ਉਹਦੇ ਚੋਂ ਕੀ ਸਹੀ ਹੈ ਉਹਨੂੰ ਪੜ੍ਹ ਕੇ ਉਸ ਟਾਈਮ ਤੇ ਕਿਹੜੇ ਰਾਜੇ ਦਾ ਰਾਜ ਸੀ, ਉਹਦਾ ਨਾਮ ਕੀ ਸੀ, ਕਿਵੇਂ ਦਾ ਪ੍ਰਸ਼ਾਸਨ ਸੀ, ਕੀ ਰੂਲ ਸੀ, ਸਮਾਜਿਕ ਸਥਿਤੀ ਕੀ ਸੀ, ਉਹ ਸਾਰਾ ਕੁਝ ਉਸ ਟਾਈਮ ਤੇ ਲਿਖਿਆ ਜਾਂਦਾ ਹੈ। ਧਰਮ ਕੀ ਸੀਗਾ, ਇਹ ਬੁੱਕ ਧਾਰਮਿਕ ਹੈ ਕੀ ਹੈ, ਉਹ ਸਾਰਾ ਕੁਝ ਲਿਖਿਆ ਜਾਂਦਾ ਹੈ। ਮੇਨਲੀ ਉਸ ਟਾਈਮ ਤੇ ਧਾਰਮਿਕ ਹੀ ਬੁੱਕਸ ਸੀਗੀਆਂ। ਨੈਕਸਟ ਆ ਜਾਂਦੇ ਆਰਕੀਓਲੋਜੀਕਲ ਸੋਰਸ, ਜਿਹਦੇ ਵਿੱਚ ਸਟਾਰਟ ਅਸੀਂ ਕਰਦੇ ਆ ਪੁਰਾਣੀਆਂ ਬਿਲਡਿੰਗਸ ਜਾਂ ਪੋਟਸ ਹੁੰਦੇ ਆ, ਪੁਰਾਣੇ ਘੜੇ ਹੋ ਗਏ, ਕੋਈ ਬਰਤਨ ਹੋ ਗਏ, ਕੋਈ ਚੂੜੀਆਂ ਹੋ ਗਈਆਂ, ਜਾਂ ਕੋਈ ਪੁਰਾਣਾ ਗੁਫਾ ਵਗੈਰਾ ਕੁਛ, ਉਹਦੇ 'ਚੋਂ ਅਸੀਂ ਲੱਭਦੇ ਹਾਂ। ਇਹਨਾਂ ਦੇ ਕੋਲ ਲਿਖਿਆ ਹੋਇਆ ਹੁੰਦਾ, ਇਹਦੇ ਵਿੱਚ ਕੋਈ ਚੀਜ਼ ਕੰਧ 'ਤੇ ਲਿਖਿਆ ਹੋਇਆ ਜਾਂ ਕੁਛ ਲਿਖਿਆ ਹੋਇਆ ਹੈ, ਉਹਦੇ ਤੋਂ ਅਸੀਂ ਦੇਖਦੇ ਹਾਂ ਕਿੰਨਾ ਪੁਰਾਣਾ ਹੈ, ਕਿਹਦਾ ਸੀਗਾ ਤੇ ਕਦੋਂ ਹੁੰਦਾ, ਚਾਹੇ ਕਿਹੜੀ ਚੀਜ਼ ਦਾ ਬਣਿਆ ਹੋਇਆ, ਉਹ ਪਤਾ ਲੱਗਦਾ ਹੈ ਸਾਰਾ। ਉਹਨੂੰ ਬਣਾਉਣ ਦਾ ਤਰੀਕਾ ਕੀ ਸੀਗਾ, ਉਹ ਸ਼ੈਲੀ ਕਿਹੜੀ ਵਰਤੀ ਗਈ ਸੀ, ਉਹ ਰਾਜਪੂਤ ਸ਼ੈਲੀ ਸੀ, ਪੁਰਾਣੀ ਸੀਗੀ, ਕਿਹੜੀ ਸੀ, ਤੁਰਕਾਂ ਦੀ ਸੀ ਜਾਂ ਕਿਹੜੀ ਸੀ, ਉਹ ਪਤਾ ਲੱਗਦਾ। ਤੀਜੇ ਨੰਬਰ ਤੇ ਕੋਇਨ ਆ ਜਾਂਦੇ ਆ। ਕੋਇਨ ਬਣੇ ਕਾਹਦੇ ਹੁੰਦੇ ਸੀ? ਗੋਲਡ, ਸਿਲਵਰ, ਕਾਪਰ, ਬ੍ਰੌਂਜ਼,
अलग अलग चीज़ों ते हर जगह ते अलग राजे का राज सी, तो हर जगह मतलब किसी कोई सभ्यता है कोई राजा राज करता है, हर जगह उस टाइम पे सेम कॉइन नहीं सीगा, अलग अलग सीगे ते उन्होंने अपने अलग अलग तरह के कॉइन चलाए सी। ਹੁਣ ਅਗਲਾ ਸਵਾਲ ਜੇ ਪੈਦਾ ਹੁੰਦਾ ਹੈ ਕਿ ਕੋਇਨ ਤੋਂ ਜਿਹੜਾ ਹੈ ਕੋਇਨ ਸਾਡੇ ਕੋਲ ਵੀ ਉਹਦੇ ਤੋਂ ਇਤਿਹਾਸ ਇੰਨਾ ਲੰਬਾ ਜਿਹੜਾ ਹੈ ਉਹ ਕਿਵੇਂ ਲਿਖਿਆ ਜਾ ਸਕਦਾ ਹੈ। ਤਾਂ ਕੋਇਨ ਜਿਹੜੇ ਆ ਉਹ ਬੋਲਦੇ ਨਹੀਂ ਆ, ਪਰ ਉਹਨੂੰ ਪਤਾ ਕਰਨਾ ਪੈਂਦਾ ਕਿ ਦੱਸ ਕੀ ਰਿਹਾ ਹੈ, ਅਸਲ 'ਚ ਬੋਲਦੇ ਹੀ ਹੈ। ਹੁਣ ਕੋਇਨ ਤੇ ਦੇਖੋ ਇੱਕ ਐਗਜ਼ਾਮਪਲ ਦੇਣਾ, ਮੰਨ ਲਓ ਕਿ ਇੱਕ ਕੋਇਨ ਹੈ, ਉਹਦੇ ਤੇ ਇੱਕ ਸਿੰਬਲ ਬਣਿਆ ਹੋਵੇ, ਸਿੰਬਲ ਤਾਂ ਇਹ ਸਭ ਨੂੰ ਪਤਾ ਹੀ ਹੈ ਕਿ ਸਿੰਬਲ ਜਿਹੜਾ ਹੈ शिव जी ਦੇ ਹੱਥ 'ਚ ਹੁੰਦਾ ਹੈ। ਤਾਂ ਸਿੱਧੀ ਜੀ ਗੱਲ ਹੈ ਕਿ ਇਹ ਜਿਹੜੇ ਰਾਜੇ ਨੇ ਬਣਵਾਇਆ ਸੀ ਮੰਨਿਆ ਜਾਊਗਾ ਕਿ ਉਹ शिव जी ਦਾ ਉਪਾਸਕ ਸੀ। ਐਗਜ਼ਾਮਪਲ ਵੈਸੇ ਹੀ ਹੈ, ਜੇਕਰ ਅਸੀਂ ਠੀਕ ਹੈ ਇਹ ਬਣਿਆ ਹੈ ਤਾਂ ਸਿੱਧੀ ਜੀ ਗੱਲ ਹੈ ਕਿ ਸਿੱਖ ਧਰਮ ਵਾਲਿਆਂ ਨੇ ਕਰਵਾਇਆ, ਕੋਈ ਹਿੰਦੂ ਦਾ ਇਹ ਬਣਾਊਗਾ। ਐਵੇਂ ਹੀ ਇਹਦੇ ਤੇ ਰਾਜੇ ਦੀ ਫੋਟੋ ਵੀ ਹੁੰਦੀ ਸੀ, ਤੇ ਫੋਟੋ ਸਿੱਧਾ ਸਿੱਧਾ ਹੀ ਦੱਸ ਦਿੰਦੀ ਸੀ ਕਿ ਉਹ ਰਾਜਾ ਕਿਹੜਾ ਹੈ। ਜਿਵੇਂ ਦਾ ਵੀ ਮੈਂ ਰਫਲੀ ਜਿਹਾ ਬਣਾਉਣ ਦੀ ਕੋਸ਼ਿਸ਼ ਕਰੂੰਗਾ, ਕੋਈ ਰਾਜਾ ਕੋਈ ਸੈਨਾਪਤੀ ਉਹ ਆਪਣੀ ਜਿੱਤ ਤੋਂ ਬਾਅਦ ਉਹ ਆਪਣੇ ਨਾਲ ਨੇਮ ਵੀ ਲਿਖਾਉਂਦਾ ਸੀ, ਨਾਲ ਡੇਟ ਵੀ ਲਿਖਾਉਂਦਾ ਨੇਮ। ਸਿੱਧੀ ਸੀ ਗੱਲ ਹੈ, ਜਦੋਂ ਬਣਵਾਏ ਸੀ ਪਤਾ ਲੱਗ ਗਿਆ ਕਿ ਇਹ ਕਿਹੜਾ ਰਾਜਾ ਸੀ, ਕਿਹੜੀ ਡੇਟ ਸੀ। ਜੇਕਰ ਕੁਝ ਕੋਇਨ ਤੇ ਬਣਿਆ ਹੋਇਆ ਹੈ, ਜਦੋਂ ਅਸੀਂ ਸਾਬਤ ਦੇ ਕੁਝ ਕੋਇਨ ਦੇਖਦੇ ਹਾਂ ਤਾਂ ਉਹਦੇ 'ਚ ਜਿਹੜੀ ਆ ਬੋਟ ਜਾਂ ਇੱਕ ਜਹਾਜ਼ ਜਿਹੜਾ ਉਹ ਬਣਿਆ ਹੋਇਆ ਹੈ, ਤਾਂ ਸਿੱਧੀ ਜੀ ਗੱਲ ਹੈ ਕਿ ਉਹ ਸਮੁੰਦਰੀ ਯਾਤਰਾ ਕਰ ਰਹੇ ਸੀ, ਇਹਨਾਂ ਨੇ ਉਹ ਕੋਇਨ ਬਣਾਇਆ। ਅਗਲੀ ਜਿਹੜੀ ਆ ਮੌਨੂਮੈਂਟਸ ਆ ਜਾਂਦੇ ਆ, ਪੁਰਾਣੀ ਬਿਲਡਿੰਗਸ ਬਣੀਆਂ ਹੋਈਆਂ ਜਾਂ ਕੁਝ ਜਿਹਦੇ ਵਿੱਚ ਪਿਲਰ ਆਉਂਦੇ ਆ ਤੇ ਪੁਰਾਣੇ ਕਿਲੇ ਆਉਂਦੇ ਆ। ਪਿਲਰ ਜਿਵੇਂ ਅਸੀਂ ਅੱਜ ਕੱਲ੍ਹ ਪਿਲਰ ਖੜੇ ਕਰਦੇ ਆ ਨਾ, ਕੋਈ ਨਵੀਂ ਬਿਲਡਿੰਗ ਕਰ ਲਈ ਪਹਿਲਾਂ ਪਿਲਰ ਖੜੇ ਕੀਤੇ ਜਾਂਦੇ, ਉਸ ਟਾਈਮ ਤੇ ਕੁਝ ਖੰਭੇ ਦੇ ਟਾਈਪ ਦੇ ਪਿਲਰ ਜਿਹੜੇ ਆ ਉਹ ਖੜੇ ਕੀਤੇ ਜਾਂਦੇ ਸੀ। ਕੁਝ ਨਹੀਂ ਉਹਦੇ ਉੱਤੇ ਕੋਈ ਲਾਇਨ ਜਾਂ ਕਿਸੇ ਬੁੱਲ ਦੀ ਜਾਂ ਕਿਸੇ ਹੋਰ ਜਾਨਵਰ ਦੀ ਜਿਹੜੀ ਆ ਉਹ ਬਣਵਾਈ ਜਾਂਦੀ ਸੀ। ਮੇਨਲੀ ਜਿਹੜਾ ਇਹ ਜ਼ਿਆਦਾ ਜਿਹੜੇ ਬਣਵਾਏ ਗਏ ਉਹ ਰਾਜਾ ਅਸ਼ੋਕ ਦੇ ਦੁਆਰਾ ਬਣਵਾਏ ਗਏ। ਕਾਫੀ ਜਗ੍ਹਾ ਇੰਡੀਆ ਤੋਂ ਬਾਹਰ ਤੱਕ ਜਿਹੜਾ ਹੈ ਕੁਛ ਲਿਖਵਾਏ, ਉਹ ਅੱਗੇ ਜਾ ਕੇ ਆਊਗਾ। ਇਹ ਜਿਹੜੇ ਆ ਇੰਡੀਆ 'ਚ ਕਾਫੀ ਜਗ੍ਹਾ ਮਿਲੇ ਆ, ਕੁਛ ਚੰਗੀ ਹਾਲਤ 'ਚ ਪਏ ਨੇ ਤੇ ਕੁਛ ਜਿਹੜੇ ਆ ਉਹ ਖਰਾਬ ਹੋ ਚੁੱਕੇ। ਲਾਸਟ ਜਿਹੜੀ ਚੀਜ਼ ਆਉਂਦੀ ਹੈ ਇੰਸਕ੍ਰਿਪਸ਼ਨ ਜਾਂ ਸ਼ਿਲਾ ਲੇਖ ਆ ਜਾਂਦੇ ਆ, ਇਹ ਵੀ ਬਣਵਾਏ ਗਏ ਸੀ ਰਾਜਾ ਅਸ਼ੋਕ ਦੇ ਦੁਆਰਾ। ਸਭ ਤੋਂ ਪਹਿਲਾਂ ਜਿਹੜੇ ਆ ਇੰਡੀਆ 'ਚ ਮਤਲਬ ਸ਼ੁਰੂ 'ਚ ਕਾਫੀ ਮਾਤਰਾ ਜਿਹੜੇ ਰਾਜਾ ਅਸ਼ੋਕ ਨੇ ਕਰਵਾਏ ਸੀ, ਉਹਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਸੀ ਕਿ 1837 ਦੇ ਵਿੱਚ ਜਿਹੜੇ ਆ ਸਭ ਤੋਂ ਪਹਿਲਾਂ ਇਹ ਜਿਹੜੇ ਆ ਪੜ੍ਹੇ ਗਏ ਸੀ। ਕੁਛ ਇਸ ਤਰ੍ਹਾਂ ਦੀ ਲੈਂਗੁਏਜ ਸੀ, ਹਾਲਾਂਕਿ ਸਾਨੂੰ ਲੈਂਗੁਏਜ ਸਮਝ ਨਹੀਂ ਆਉਂਦੀ, ਪਰ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ ਹੋਇਆ ਹੈ ਮੇਨਲੀ ਲੈਂਗੁਏਜ ਦੀ ਵਿਦਵਾਨਾਂ ਨੇ ਉਹ ਇਹਨੂੰ ਪੜ੍ਹਦੇ। ਸਭ ਤੋਂ ਪਹਿਲੀ ਜਿਹੜੀ ਲੈਂਗੁਏਜ ਪੜ੍ਹੀ ਗਈ ਹੈ, ਕੁਛ ਐਗਜ਼ਾਮਪਲ ਹੈ, ਕਾਫੀ ਲਿਖੀ ਹੁੰਦੀ ਹੈ। ਇਹ ਲਿਖੇ ਜਾਂਦੇ ਸੀਗੇ ਜਾਂ ਕਿਸੇ ਪੱਥਰ ਤੇ ਰੌਕਸ ਹੋ ਗਈਆਂ, ਉਹਨੂੰ ਥੋੜਾ ਫਲੈਟ ਕਰਕੇ ਉਹਦੇ ਤੇ ਕਲੇ ਟੈਪਲੇਟਸ ਮਿੱਟੀ ਦਾ ਜਿਹੜਾ ਬਣਾ ਕੇ ਉਹਦੇ ਤੇ ਲਿਖ ਦਿੱਤਾ ਜਾਂਦਾ ਸੀ। ਵਾਲਸ ਇੱਕ ਹੀ ਚੀਜ਼ ਸੀਗੇ, ਅੱਜ ਅਸੀਂ ਤੁਸੀਂ ਗੁਰਦੁਆਰੇ ਜਾਂਦੇ ਹੋ ਤਾਂ ਉੱਥੇ ਬਣੇ ਹੁੰਦੇ ਆ ਕੁਛ ਪੱਥਰ ਤੇ ਲਿਖੇ ਹੁੰਦੇ ਆ, ਇਹਨੇ ਇੰਨੀ ਸੇਵਾ ਕਰਵਾਈ, ਇਹਨੇ ਇੰਨੇ ਪੈਸੇ ਚੜਾਏ, ਇਹਨੇ ਪੱਖਾ ਚੜਾਇਆ ਨੇ, ਉਹ ਸਾਰਾ ਜਿਹੜਾ ਰਿਟਰਨ 'ਚ ਲਿਖਿਆ ਹੁੰਦਾ। ਤਾਂ ਇਹ ਵੀ ਇਹਦੇ ਕੁਛ ਵਿਚਾਰ ਸੀਗੇ ਜਾਂ ਇਹਨੇ ਜਿਹੜਾ ਕੰਮ ਕੀਤਾ ਉਹ ਸੀਗਾ।